ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਆਪਣਿਆਂ ਨੂੰ ਨੌਕਰੀ ਬੇਅੰਤ ਸਰਕਾਰ ਦੇ ਰਾਹ ਤੇ ਤੁਰੇ ਅਮਰਿੰਦਰ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ। ਚਰਨਜੀਤ ਜੀ, ਪਿਛਲੇ 2 ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਰੌਲਾ ਪਿਆ ਹੋਇਆ ਹੈ ਵੀ ਕਿ ਕੈਪਟਨ ਸਰਕਾਰ ਨੇ 2 ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਜਿਹੜਾ ਹੈਗਾ ਨੌਕਰੀ ਦੇ ਨਿਯਮਾਂ 'ਚ ਛੂਟ ਦਿੰਦਿਆਂ ਜਿਹੜੀ ਹੈਗੀ ਸਿੱਧੀਆਂ ਨੌਕਰੀਆਂ ਦੇ ਦਿੱਤੀਆਂ ਨੇ। ਤੇ ਇਹ ਨੌਕਰੀਆਂ ਵੀ ਉਸ ਸਮੇਂ ਦਿੱਤੀਆਂ ਗਈਆਂ ਨੇ ਜਦੋਂ ਪੰਜਾਬ ਦੇ ਹਜ਼ਾਰਾਂ ਨੌਜਵਾਨ ਜਿਹੜੇ ਹੈਗੇ ਨੌਕਰੀਆਂ ਲਈ ਸੜਕਾਂ 'ਤੇ ਰੁਲ ਰਹੇ ਨੇ। ਜਿਹੜੀ ਪੰਜਾਬ ਸਰਕਾਰ ਵੱਲੋਂ ਇਹ ਸਿੱਧੀ ਭਰਤੀ ਕੀਤੀ ਗਈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ 18 ਜੂਨ ਨੂੰ ਜਿਹੜੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਜਿੱਥੇ ਬਹੁਤ ਸਾਰੇ ਫੈਸਲੇ ਲਏ ਗਏ ਸੀ ਤਾਂ ਉੱਥੇ ਇੱਕ ਫੈਸਲੇ ਨੂੰ ਲੈ ਕੇ ਕਾਫੀ ਰੌਲਾ ਪਿਆ ਔਰ ਉਸ ਫੈਸਲੇ ਨੂੰ ਲੈ ਕੇ ਅੱਜ ਵੀ ਜਿਹੜੀ ਪੰਜਾਬ ਦੀ ਸਿਆਸਤ ਹੈ ਜਿਹੜੀ ਕਾਫੀ ਭਖੀ ਹੋਈ ਹੈ। ਉਹ ਫੈਸਲਾ ਹੈ ਕਿ ਕੈਬਨਿਟ ਨੇ ਪੰਜਾਬ ਦੇ 2 ਕਾਂਗਰਸੀ ਵਿਧਾਇਕਾਂ ਨੂੰ, ਜਿਹਦੇ ਵਿੱਚ ਫਤਿਹ ਜੰਗ ਸਿੰਘ ਬਾਜਵਾ ਔਰ ਦੂਸਰੇ ਸ਼੍ਰੀ ਰਾਕੇਸ਼ ਪਾਂਡੇ ਜੀ ਲੁਧਿਆਣੇ ਤੋਂ ਕਾਂਗਰਸ ਦੇ ਵਿਧਾਇਕ ਨੇ, ਦੋਨਾਂ ਦੇ ਲੜਕਿਆਂ ਨੂੰ ਜਿਹੜੀ ਤਰਸ ਦੇ ਆਧਾਰ 'ਤੇ ਉਹਨਾਂ ਦੇ ਪਰਿਵਾਰਾਂ ਦੀ ਅੱਤਵਾਦ ਦੇ ਸਮੇਂ ਕੁਰਬਾਨੀ ਨੂੰ ਦੇਖਦੇ ਹੋਏ ਜੀ ਇੱਕ ਲੜਕੇ ਨੂੰ ਜਿਹੜਾ ਬਾਜਵਾ ਦੇ ਮੁੰਡੇ ਨੂੰ ਲਾਇਆ ਹੈਗਾ ਇਹਨਾਂ ਨੇ ਪੁਲਿਸ ਇੰਸਪੈਕਟਰ, ਔਰ ਪਾਂਡੇ ਦੇ ਬੇਟੇ ਨੂੰ ਭੀਸ਼ਮ ਪਾਂਡੇ ਹੈ ਜਿਹੜਾ ਉਹਨੂੰ ਨਾਇਬ ਤਹਿਸੀਲਦਾਰ ਭਰਤੀ ਕਰਨ ਦਾ ਜਿਹੜਾ ਪੰਜਾਬ ਵਜ਼ਾਰਤ ਨੇ ਫੈਸਲਾ ਕੀਤਾ ਹੈ। ਦੇਖੋ, ਜੇ ਇਹ ਨਿਯੁਕਤੀਆਂ ਦੋਵੇਂ ਜਾਇਜ਼ ਹੁੰਦੀਆਂ ਤਾਂ ਅੱਜ ਪੰਜਾਬ ਕਾਂਗਰਸ ਦੇ ਅੰਦਰੋਂ ਜਾਂ ਸਰਕਾਰ ਦੇ ਅੰਦਰੋਂ ਇੰਨੀਆਂ ਆਵਾਜ਼ਾਂ ਨਹੀਂ ਉੱਠਣੀਆਂ ਸੀ। ਜਿੱਥੇ ਪੰਜਾਬ ਦੇ ਵਜ਼ੀਰ ਵਿਧਾਇਕ ਹੈ ਜਿਹੜੇ ਹੁਣ ਤਾਂ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ, ਉਹਨਾਂ ਨੇ ਵੀ ਇਸ 'ਤੇ ਉਂਗਲ ਉਠਾ ਦਿੱਤੀ ਹੈ। ਉੱਥੇ ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੇ ਵੀ ਸਰਕਾਰ ਨੂੰ ਇਹਨਾਂ ਨਿਯੁਕਤੀਆਂ ਨੂੰ ਲੈ ਕੇ ਜਿਹੜਾ ਕਟਹਿਰੇ ਦੇ ਵਿੱਚ ਖੜਾ ਕੀਤਾ ਹੈਗਾ। ਇਹਦਾ ਮਤਲਬ ਹੈ ਕੁਛ ਇਲੀਗਲ ਹੋਇਆ, ਕੁਛ ਨਜਾਇਜ਼ ਹੋਇਆ, ਜਿਹਦੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਜਾਂ ਲੋੜਵੰਦਾਂ ਦਾ ਇੱਕ ਵੱਡਾ ਜਿਹੜਾ ਹੱਕ ਹੈ ਉਹ ਮਾਰਿਆ ਗਿਆ ਹੈਗਾ। ਜਿਸ ਟਾਈਮ ਪੰਜਾਬ ਵਜ਼ਾਰਤ ਦੀ ਮੀਟਿੰਗ ਚੱਲ ਰਹੀ ਸੀ ਤਾਂ ਜਦੋਂ ਇਹ ਮੁੱਦਾ ਆਇਆ ਕਿ ਦੋਨਾਂ ਲੜਕਿਆਂ ਨੂੰ ਨੌਕਰੀਆਂ ਦੇਣੀਆਂ ਨੇ, ਕਿਉਂਕਿ ਇਹਨਾਂ ਦੋਹਾਂ ਲੜਕਿਆਂ ਦੇ ਜਿਹੜੇ ਦਾਦੇ ਨੇ ਉਹ ਅੱਤਵਾਦ ਦੇ ਟਾਈਮ ਹੈ ਜਿਹੜੇ ਉਹ ਮਾਰੇ ਗਏ ਸਨ। ਉਹ ਤਕਰੀਬਨ ਬਣਦਾ 33-34 ਸਾਲ ਪਹਿਲਾਂ ਦੀ ਗੱਲ ਕੀਤੀ ਗਈ ਹੈ ਅਤੇ ਇਹਨਾਂ ਨੂੰ ਦੇਣਾ ਬਣਦਾ ਇਹਨਾਂ ਦਾ ਹੱਕ। ਪਰ ਉਸ ਟਾਈਮ ਕੁਛ ਵਜ਼ੀਰਾਂ ਨੇ ਇਸ ਗੱਲ ਨੂੰ ਲੈ ਕੇ ਪੁਆਇੰਟ ਆਊਟ ਕੀਤਾ ਸੀ ਕਿ ਖਾਸ ਕਰਕੇ ਬਾਜਵਾ ਫੈਮਿਲੀ ਵਾਲੇ ਇਸ਼ੂ ਦੇ ਉੱਪਰ ਕਿ ਉਸ ਟਾਈਮ ਜਿਹੜੀ ਦਰਜ ਹੋਈ FIR ਹੈ ਉਸ ਨੂੰ ਲਿਆਂਦਾ ਜਾਵੇ ਸਾਹਮਣੇ। ਤਾਂ ਦੂਸਰੇ ਵਿਧਾਇਕਾਂ ਨੇ, ਦੂਸਰੇ ਜਿਹੜੇ ਵਜ਼ੀਰ ਹੈ ਉਹਨਾਂ ਨੇ ਵੀ ਇਸ ਗੱਲ ਨੂੰ ਪੁਆਇੰਟ ਆਊਟ ਕੀਤਾ ਸੀਗਾ ਕਿ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਸਾਡੀ ਸਰਕਾਰ ਦੇ ਉੱਪਰ ਇਸ ਤਰ੍ਹਾਂ ਭਾਈ ਭਤੀਜਾਵਾਦ ਦੇ ਜਿਹੜੇ ਇਲਜ਼ਾਮ ਹੈ ਉਹ ਲੱਗਣਗੇ ਅਤੇ ਸਾਡੇ ਲਈ ਇਹ ਇੱਕ ਨੌਬਤ ਹੈ ਜਿਹੜਾ ਇਹ ਫੈਸਲਾ ਬਣ ਸਕਦਾ ਹੈ। ਤਾਂ ਉਸ ਟਾਈਮ ਚੀਫ ਮਿਨਿਸਟਰ ਸਾਹਿਬ ਨੇ ਇਹ ਕਹਿ ਦਿੱਤਾ ਸੀ ਕਿ ਚਲੋ ਇਸ ਮਾਮਲੇ 'ਤੇ ਆਪਾਂ ਵੋਟਿੰਗ ਕਰ ਲੈਂਦੇ ਹਾਂ। ਪਰ ਜਦੋਂ ਵੋਟਿੰਗ ਦੀ ਗੱਲ ਆਈ ਤਾਂ ਪਤਾ ਸੀ ਕਿ ਇਹ ਫੈਸਲਾ ਲੈ ਚੁੱਕੇ ਨੇ, ਤਾਂ ਪੰਜਾਬ ਵਜ਼ਾਰਤ ਨੇ ਉਸ ਦੀ ਸਹਿਮਤੀ ਹੈ ਜਿਹੜੀ ਦੇ ਦਿੱਤੀ ਸੀ। ਇਹ ਫੈਸਲਾ ਜਿਉਂ ਹੀ ਬਾਹਰ ਆਇਆ ਤਾਂ ਜਿੱਥੇ ਪਾਰਟੀ ਦੇ ਕੁਝ ਵਿਧਾਇਕ ਇਹਦੇ ਖਿਲਾਫ ਉੱਠ ਕੇ ਖੜ੍ਹੇ ਹੋਏ ਫੈਸਲੇ, ਉੱਥੇ ਜਿਹੜੇ ਸੁਨੀਲ ਜਾਖੜ ਜੀ ਹੈ ਪਾਰਟੀ ਦੇ ਪ੍ਰਧਾਨ ਹੈ, ਉਹਨਾਂ ਨੇ ਵੀ ਕਹਿ ਦਿੱਤਾ ਕਿ ਸਰਕਾਰ ਨੂੰ ਇਹ ਫੈਸਲਾ ਹੁਣ ਵਾਪਸ ਲੈ ਲੈਣਾ ਚਾਹੀਦਾ ਹੈ। ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਨੇ ਕਿਹਾ ਕਿ ਇਸ ਨੂੰ ਰਿਵਿਊ ਕਰਨਾ ਚਾਹੀਦਾ ਹੈ ਕਿ ਸਾਡੀ ਸਰਕਾਰ ਦੀ ਜਿਹੜੀ ਕਿਰਕਰੀ ਹੋ ਰਹੀ ਹੈ, ਘਰ ਘਰ ਰੁਜ਼ਗਾਰ ਦਾ ਇਸ਼ੂ ਜਿਹੜਾ ਨਾਅਰਾ ਅਸੀਂ ਦਿੱਤਾ ਸੀ ਉਸ ਨੂੰ ਲੈ ਕੇ ਜਿਹੜੀ ਵਿਰੋਧੀ ਪਾਰਟੀਆਂ ਸਾਡੀ ਘੇਰਾਬੰਦੀ ਕਰਨਗੀਆਂ। ਕੁਲਜੀਤ ਨਾਗਰਾ ਜੀ ਨੇ ਔਰ ਰਾਜਾ ਵੜਿੰਗ ਜੀ ਨੇ ਔਰ ਅੱਜ ਤਾਂ ਜਿਹੜੇ ਸਰਦਾਰ ਪ੍ਰਗਟ ਸਿੰਘ ਹੈ ਉਹਨਾਂ ਨੇ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਹੈਗੀ ਹੈ ਇਹ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਦਿੱਤੀ ਗਈ ਬਲਕਿ ਹਾਰਸ ਟ੍ਰੇਡਿੰਗ ਹੈਗੀ ਹੈ ਕਿ ਪਾਰਟੀ ਦੇ ਵਿੱਚ ਜਿਹੜੀ ਇੱਕ ਬਗਾਵਤ ਉੱਠੀ ਸੀ ਉਹਦੇ ਵਿੱਚ ਆਪਣੇ ਸਕੋਰ ਸੈਟਲ ਕਰਨ ਲਈ ਕੁਝ ਲੋਕਾਂ ਨੇ ਇਹ ਬੈਨੀਫਿਟ ਲਏ ਨੇ ਅਤੇ ਸਰਕਾਰ ਨੇ ਜਾਂ ਮੁੱਖ ਮੰਤਰੀ ਨੇ ਉਹ ਬੈਨੀਫਿਟ ਹੈ ਜਿਹੜੇ ਦਿੱਤੇ ਨੇ। ਇਸ ਕਿਸਮ ਦੀ ਆਵਾਜ਼ਾਂ ਆਈਆਂ ਸੀ ਅਤੇ ਲੱਗਦਾ ਹੈ ਕਿ ਹੋਰ ਵੀ ਇਹਦੇ ਵਿੱਚ ਵਿਵਾਲ ਖੜ੍ਹਾ ਹੋਏਗਾ। ਸਰਕਾਰ ਨੂੰ ਜਿੱਥੇ ਆਉਂਦੇ ਦਿਨਾਂ ਦੇ ਵਿੱਚ ਇੱਕ ਨਵਾਂ ਕ੍ਰਾਈਸਿਸ ਖੜ੍ਹਾ ਹੋਏਗਾ, ਉੱਥੇ ਸਾਡੇ ਚੀਫ ਮਿਨਿਸਟਰ ਨੇ ਫਿਰ ਸਪਸ਼ਟ ਕਰ ਦਿੱਤਾ ਅੱਜ ਕਿ ਉਹ ਆਪਣਾ ਜਿਹੜਾ ਫੈਸਲਾ ਲੈ ਚੁੱਕੇ ਨੇ ਉਸ ਤੋਂ ਪਿਛਾਂਹ ਨਹੀਂ ਹਟਣਗੇ। ਇਹਦਾ ਮਤਲਬ ਹੈ, ਬਲਕਿ ਉਹਨਾਂ ਨੇ ਜਿਹੜੇ ਕੱਲ੍ਹ ਪ੍ਰੈਸ ਰਿਲੀਜ਼ ਦਿੱਤਾ ਸੀਗਾ 18 ਤਰੀਕ ਨੂੰ, ਉਹਦੇ ਵਿੱਚ ਤਾਂ ਇੱਥੋਂ ਤੱਕ ਕਿਹਾ ਸੀਗਾ ਕਿ ਇਸ ਤਰ੍ਹਾਂ ਦੇ ਫੈਸਲੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਲੈ ਸਕਦੇ ਹਾਂ। ਮਤਲਬ ਕਿ ਇਸ ਕਿਸਮ ਦੀ ਜਿਹੜੀ ਪਾਲਿਸੀ ਹੈ ਉਹ ਕਹਿੰਦੇ ਕਿ ਇਹਨਾਂ ਪਰਿਵਾਰਾਂ ਦੀ ਕੁਰਬਾਨੀ ਹੈ। ਬਾਜਵਾ ਫੈਮਿਲੀ ਹੋਈ, ਪਾਂਡੇ ਫੈਮਿਲੀ ਹੋਈ ਲੁਧਿਆਣੇ ਵਾਲੀ, ਕਿ ਇਹਨਾਂ ਪਰਿਵਾਰਾਂ ਦੀ ਇੱਕ ਬਹੁਤ ਵੱਡੀ ਕੁਰਬਾਨੀ ਆ ਔਰ ਸਾਡੀ ਸਰਕਾਰ ਨੇ ਇਸ ਕੁਰਬਾਨੀ ਦਾ ਮੁੱਲ ਪਾਇਆ।
ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪਾਲਿਸੀ ਹੈ ਇਸ ਕਿਸਮ ਦੀ ਆਉਂਦੇ ਦਿਨਾਂ ਦੇ ਵਿੱਚ ਜਾਰੀ ਰਹੇਗੀ। ਤਾਂ ਪੰਜਾਬ ਦਾ ਇੱਕ ਵਜ਼ੀਰ ਵੀ ਹੈ, ਮੰਤਰੀ ਵੀ ਹੈ ਇਹਦੇ ਵਿੱਚ, ਜਿਹੜਾ ਝਾਕ ਰੱਖ ਗਿਆ ਕਿ ਉਹ ਝਾਕ ਰੱਖ ਰਿਹਾ ਕਿ ਉਹਨਾਂ ਦਾ ਜਿਹੜਾ ਜਵਾਈ ਹੈ ਉਸ ਨੂੰ ਵੀ ਜੌਬ ਦਿੱਤੀ ਜਾਵੇ, ਕਿਉਂਕਿ 1 ਮਹੀਨਾ ਪਹਿਲਾਂ ਉਹਦਾ ਏਜੰਡਾ ਵੀ ਜਿਹੜਾ ਕੈਬਨਿਟ ਦੇ ਬ੍ਰਾਂਚ ਦੇ ਕੋਲ ਪਹੁੰਚਿਆ ਸੀ, ਪਰ ਉਹਨਾਂ ਕੋਲ ਐਫਡੀ ਦੀ ਪ੍ਰਵਾਨਗੀ ਨਹੀਂ ਸੀ, ਇਸ ਕਰਕੇ ਵਾਪਸ ਹੋ ਗਿਆ ਸੀ। ਅਗਰ ਚੀਫ ਮਿਨਿਸਟਰ ਨੇ ਇਸ ਕਿਸਮ ਦਾ ਇਸ਼ਾਰਾ ਕੀਤਾ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਅਸੀਂ ਜਾਰੀ ਰੱਖਾਂਗੇ, ਤਾਂ ਉਮੀਦ ਕੀਤੀ ਜਾਏ ਕਿ ਇਹਦਾ ਵਾਪਸ ਤਾਂ ਕੀ ਹੋਣੀਆਂ ਸੀ ਦੋਨੇ ਨੌਕਰੀਆਂ ਜਿਹੜੀ ਦਿੱਤੀਆਂ ਗਈਆਂ ਨੇ, ਹੋਰ ਨੌਕਰੀਆਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰ ਦੇ ਸਕਦੀ ਹੈ। ਸੋ ਆਪਾਂ ਅੱਜ ਇਸ ਜਿਹੜੀ ਨੌਕਰੀਆਂ ਦੇਣ ਦੀ ਜਿਹੜੀ ਵੰਡਾਰਾ ਹੈਗਾ, ਇਹਨੂੰ ਅਸੀਂ 2 ਪੱਖਾਂ ਤੋਂ ਝਾਤ ਤੇ ਪਾਵਾਂਗੇ। ਆਤਿਸ਼ ਪਹਿਲਾ ਪੱਖ ਹੈਗਾ ਇਹਦਾ ਜਿਹੜਾ ਲੀਗਲ ਆਸਪੈਕਟ ਅਸੀਂ ਦੇਖਾਂਗੇ। ਜਿਸ ਤਰ੍ਹਾਂ ਕਿਸੇ ਵੀ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਰੂਲ ਆਫ ਲਾ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਜਾਂ ਕੰਸਟੀਟਿਊਸ਼ਨਲ ਪ੍ਰੋਵੀਜ਼ਨਸ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਹਦੇ ਵਿੱਚ ਇਹ ਹੁੰਦਾ ਕਿ ਸਾਡਾ ਜਿਹੜਾ ਕੰਸਟੀਟਿਊਸ਼ਨ ਹੈ ਉਹ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਇਕੁਅਲ ਮੌਕੇ ਪ੍ਰਦਾਨ ਕਰਦਾ ਹੈ, ਚਾਹੇ ਉਹ ਰੁਜ਼ਗਾਰ ਦਾ ਕਿਉਂ ਨਾ ਹੋਵੇ, ਸਮਾਨ ਮੌਕੇ ਦਿੰਦਾ ਹੈਗਾ। ਅਗਰ ਇਸ ਕਿਸਮ ਦੀਆਂ ਜਿਹੜੇ ਫੈਸਲੇ ਲਏ ਜਾਂਦੇ ਡਾਇਰੈਕਟ ਭਰਤੀ ਦੇ, ਕੁਝ ਖਾਸ ਲੋਕਾਂ ਨੂੰ, ਕੁਝ ਆਪਣੇ ਲੋਕਾਂ ਨੂੰ ਜਿਹੜੇ ਰੂਲਿੰਗ ਵਾਲੇ ਹੈ, ਤਾਂ ਉਦੋਂ ਨੈਚੁਰਲੀ ਸ਼ੱਕ ਉੱਠਦਾ ਹੈਗਾ, ਅਤੇ ਜਿਹੜੀ ਸਾਡੀ ਡੈਮੋਕ੍ਰੈਟਿਕ ਵੈਲਿਊਜ਼ ਹੈ ਉਹਨਾਂ ਨੂੰ ਵੀ ਢਾਹ ਲੱਗਦੀ ਹੈ, ਅਤੇ ਜਿਹੜੀ ਸਾਡੀ ਕੰਸਟੀਟਿਊਸ਼ਨ ਪ੍ਰੋਵੀਜ਼ਨਲ ਜਾਂ ਰੂਲਸ ਹੈ ਉਹਨਾਂ ਦੀ ਵੀ ਵਾਇਓਲੇਸ਼ਨ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਸਾਡੀ ਕੈਬਨਿਟ ਨੇ ਬਹੁਤ ਸਾਰੀ ਜਿਹੜੀ ਪਾਲਿਸੀ ਬਣੀ ਹੋਈ ਸੀ ਉਹਦੇ ਰੂਲਸ ਹੈ ਜਿਹੜੇ ਉਹਨਾਂ ਨੂੰ ਇੱਕ ਵਿਸ਼ੇਸ਼ ਰਿਆਇਤ ਦੇ ਕੇ ਇਹ ਦੋਨੇ ਜਿਹੜੀਆਂ ਭਰਤੀਆਂ ਰਿਕਰੂਟਮੈਂਟ ਹੈ ਡਾਇਰੈਕਟ ਕੀਤੀਆਂ ਨੇ। ਹੁਣ ਦੇਖਿਆ ਜਾਵੇ ਤਾਂ ਕਿ ਇਹ ਫਸਟ ਟਾਈਮ ਜਿਹੜੀ ਉਹ ਗਿਆਨੀ ਜੈਲ ਸਿੰਘ ਦੀ ਵਜ਼ਾਰਤ ਸੀਗੀ, ਤਾਂ 1973 ਦੇ ਵਿੱਚ 18 ਅਪ੍ਰੈਲ 1973 ਨੂੰ ਫਸਟ ਟਾਈਮ ਇਹ ਜਿਹੜੀ ਪਾਲਿਸੀ ਹੈ ਉਹ ਫਰੇਮ ਹੋਈ ਸੀ। ਉਹਦੇ ਵਿੱਚ ਆਤਿਸ਼ ਇਹ ਸੀ, ਜੋ ਸ਼ੁਰੂਆਤੀ ਦਿਨਾਂ 'ਚ ਪਾਲਿਸੀ ਦੀ ਸ਼ੁਰੂਆਤ ਹੁੰਦੀ ਹੈ, ਕਿ ਜਿਹੜੇ ਗੌਰਮੈਂਟ ਇੰਪਲਾਈਜ਼ ਹੈ ਅਗਰ ਉਹ ਇਨ ਸਰਵਿਸ ਕੋਈ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੀ ਫੈਮਿਲੀ ਨੂੰ ਪਿੱਛੇ ਸਫਰ ਕਰਨਾ ਪੈਂਦਾ ਹੈ, ਤਾਂ ਉਹ ਉਹਨਾਂ ਦੇ ਇੱਕ ਪਰਿਵਾਰ ਦੇ ਇੱਕ ਜੀਅ ਨੂੰ ਜਿਹੜੀ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਪ੍ਰੋਵੀਜ਼ਨ ਸੀਗੀ। ਤਾਂ ਉਹਨਾਂ ਟਾਈਮਾਂ ਦੇ ਵਿੱਚ ਇਹ ਪਾਲਿਸੀ ਬੜੀ ਲਿਬਰਲ ਸੀ। ਉਸ ਤੋਂ ਬਾਅਦ ਪੰਜਾਬ ਨੂੰ ਜਿਹੜਾ ਹੈਗਾ ਅੱਤਵਾਦ ਦਾ ਟਾਈਮ ਸੀ, ਜਿਹਨੂੰ ਕਾਲਾ ਦੌਰ ਕਹਿੰਦੇ, ਉਹ ਦੇਖਣਾ ਪਿਆ। ਤਾਂ 84-85 ਦੇ ਵਿੱਚ ਜਾ ਕੇ ਫਿਰ ਕੁਝ ਰੂਲਸ ਆ ਜਿਹੜੇ ਅਮੈਂਡ ਕੀਤੇ ਗਏ, ਤਾਂ ਉਹਦੇ ਵਿੱਚ ਇੱਕ ਇੰਪਲਾਈਜ਼ ਤੋਂ ਇਲਾਵਾ ਜਿਹੜੇ ਟੈਰਰਿਸਟ ਵਿਕਟਮ ਫੈਮਿਲੀਜ਼ ਸੀ ਉਹਨਾਂ ਨੂੰ ਇਹਦੇ ਵਿੱਚ ਇਨਕਲੂਡ ਕਰ ਲਿਆ ਸੀ ਕਿ ਅੱਤਵਾਦ ਤੋਂ ਪ੍ਰਭਾਵਿਤ ਜਿਹੜੇ ਪਰਿਵਾਰ ਹੋਣਗੇ ਉਹਨਾਂ ਦੇ ਵੀ ਇੱਕ ਜੀਅ ਨੂੰ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਏਗੀ। ਉਸ ਤੋਂ ਬਾਅਦ ਫਿਰ 92 ਤੱਕ ਕੋਈ ਪਾਲਿਸੀ ਬੜੀ ਲਿਬਰਲ ਸੀ, ਓਪਨ ਸੀ, ਤਾਂ ਅਦਾਲਤਾਂ ਨੇ ਵੀ ਦਖਲ ਦੇਣਾ ਸ਼ੁਰੂ ਕਰ ਦਿੱਤਾ। ਤਾਂ ਉਹਨਾਂ ਨੇ ਵੀ ਕਿਹਾ ਕਿ ਕੋਈ ਕੁਛ ਨਾ ਕੁਛ ਪੈਰਾਮੀਟਰ ਪਾਲਿਸੀ ਦੇ ਹੋਣੇ ਚਾਹੀਦੇ ਨੇ, ਇਹ ਨਿਰਧਾਰਿਤ ਕਰੋ। ਫਿਰ 94-95 'ਚ ਆ ਕੇ ਫੇਰ ਹੈ ਜਿਹੜੇ ਪਾਲਿਸੀ ਦੇ ਵਿੱਚ ਕੁਝ ਸੋਧਾਂ ਜਿਹੜੀਆਂ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਕਾਰਗਿਲ ਜੰਗ ਹੁੰਦੀ ਹੈ, ਕਾਰਗਿਲ ਜੰਗ ਨੂੰ ਵੀ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਇਸੇ ਪਾਲਿਸੀ ਦੇ ਵਿੱਚ। ਉਸ ਤੋਂ ਬਾਅਦ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ ਬਹੁਤ ਸਾਰੇ ਫੈਸਲੇ ਆਏ, ਔਰ ਸਮੁੱਚਤਾ ਦੇ ਵਿੱਚ ਦੇਖੀਏ ਤਾਂ ਇੱਕ ਗੱਲ ਜਿਹੜੀ ਅਦਾਲਤਾਂ ਨੇ ਸਾਫ਼ ਕਰ ਦਿੱਤੀ ਗਈ ਸੀ ਕਿ ਜਿਹੜੀ ਤਰਸ ਦੇ ਆਧਾਰ 'ਤੇ ਨੌਕਰੀ ਦੇਣੀ ਹੈ ਇਹ ਕਿਸੇ ਦਾ ਕੋਈ ਲੀਗਲ ਰਾਈਟ ਨਹੀਂ, ਬਲਕਿ ਇਹ ਇੱਕ ਕੰਸੈਸ਼ਨ ਹੈ ਇੱਕ ਫੈਮਿਲੀ ਦੀ ਮਦਦ ਦੇ ਲਈ, ਉਸ ਨੂੰ ਉਸ ਵਿੱਤੀ ਕ੍ਰਾਈਸਿਸ ਦੇ ਵਿੱਚੋਂ ਕੱਢਣ ਦੇ ਲਈ ਇੱਕ ਸਰਕਾਰ ਦੀ ਹੈਲਪ ਹੈ, ਉਸ ਨੂੰ ਕੰਸੈਸ਼ਨ ਦਿੱਤਾ ਜਾਂਦਾ ਹੈ। ਇਸ ਨੂੰ ਰਾਈਟ ਨਾ ਸਮਝਿਆ ਜਾਵੇ। ਤਾਂ ਪੰਜਾਬ ਗੌਰਮੈਂਟ ਨੇ 2002 ਦੇ ਵਿੱਚ ਜਾ ਕੇ ਇੱਕ ਕੰਪਰੀਹੈਂਸਿਵ ਪਾਲਿਸੀ ਹੈ ਜਿਹੜੀ ਉਹ ਬਣਾ ਦਿੱਤੀ ਸੀ, ਜਿਹਦੇ ਵਿੱਚ ਸਾਰੇ ਰੂਲਸ ਰੈਗੂਲੇਸ਼ਨ ਜਿਹੜੇ ਹੈਗੇ ਨੇ ਤੈਅ ਕੀਤੇ ਗਏ ਸੀ। ਤਾਂ ਆਪਾਂ ਜਦੋਂ ਇਹਨਾਂ ਦੋਨਾਂ ਨੌਕਰੀਆਂ ਨੂੰ ਉਸ ਪਾਲਿਸੀ ਦੇ ਦਾਇਰੇ ਤੋਂ ਜਾਂ ਉਸ ਸੰਦਰਭ ਦੇ ਵਿੱਚ ਦੇਖਦੇ ਹਾਂ, ਤਾਂ ਚਾਹੇ ਵਿਸ਼ੇਸ਼ ਰਿਆਇਤ ਦੇ ਕੇ ਨੌਕਰੀਆਂ ਦਿੱਤੀਆਂ ਗਈਆਂ ਨੇ, ਪਰ ਬਹੁਤ ਸਾਰੀਆਂ ਉਹ ਦਾਇਰੇ ਤੋਂ ਬਾਹਰ ਦਿਖਦੀਆਂ ਨੇ। ਉਸ ਦੇ ਵਿੱਚ ਇੱਕ ਤਾਂ ਬੜੀ ਗੱਲ ਸਾਫ਼ ਸੀ ਕਿ ਮੋਟਿਵ ਇਹਦਾ ਕੀ ਸੀ ਪਾਲਿਸੀ ਦਾ ਮੋਟਿਵ ਇਹ ਸੀ ਕਿ ਜਦੋਂ ਕਿਸੇ ਵੀ ਫੈਮਿਲੀ ਦਾ, ਜਦੋਂ ਗੌਰਮੈਂਟ ਇੰਪਲਾਈ ਹੈ ਜਾਂ ਦੂਸਰਾ ਟੈਰਰਿਸਟ ਵਿਕਟਮ ਫੈਮਿਲੀ ਹੈ, ਜਾਂ ਇਹਦੇ ਵਿੱਚ ਇਨਕਲੂਡ ਕੀਤਾ ਕਿ ਜਿਹੜੇ ਫਰੰਟ ਲਾਈਨ 'ਤੇ ਲੜਨ ਵਾਲੇ ਸੈਨਿਕ ਨੇ, ਜਦੋਂ ਉਹ ਸ਼ਹੀਦ ਹੋ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਵਿੱਚ ਇਨਕਲੂਡ ਕੀਤਾ ਗਿਆ ਕਿ ਜਦੋਂ ਪਰਿਵਾਰ ਦਾ ਕੋਈ ਬ੍ਰੈਡ ਵਿਨਰ ਚਲਾ ਜਾਂਦਾ ਹੈਗਾ ਤਾਂ ਉਦੋਂ ਬਾਅਦ ਉਹ ਫੈਮਿਲੀ ਸਫਰ ਕਰਦੀ ਹੈ ਕਿ ਉਹਨਾਂ ਨੂੰ ਰੋਜੀ ਰੋਟੀ ਚਲਾਉਣੀ, ਜ਼ਿੰਦਗੀ ਬਸਰ ਕਰਨੀ ਔਖੀ ਹੋ ਜਾਂਦੀ ਹੈ। ਤਾਂ ਕੰਪੀਟੈਂਟ ਜਿਹੜੀ ਅਥਾਰਟੀ ਹੈ ਉਹ ਦੇਖਦੀ ਹੈਗੀ ਹੈ ਕਿ ਇਹ ਫੈਮਿਲੀ ਦੇ ਜਿਹੜੇ ਨਿਰਵਾਹ ਕਰਨ ਦੇ ਤਰੀਕੇ ਕੀ ਨੇ, ਕਿ ਇਹ ਫੈਮਿਲੀ ਇਸ ਗੱਲ ਲਈ ਏਬਲ ਹੈ ਕਿ ਜਿਹੜਾ ਆਪਣਾ ਮਾਲੀ ਬੋਝ ਹੈ ਉਹਨੂੰ ਉਠਾ ਸਕੇ। ਤਾਂ ਉਹ ਆਪਣੇ ਲੈਵਲ 'ਤੇ ਇੱਕ ਨਿਯਮਾਂ ਦੇ ਦਾਇਰੇ ਵਿੱਚ ਰਹਿ ਕੇ ਉਹ ਦੇਖਦਾ ਸੀ ਕਿ ਇਹ ਫੈਮਿਲੀ ਨੂੰ ਜਿਹੜਾ ਹੈਗਾ ਕਾਫੀ ਵਿੱਤੀ ਲਾਸ ਹੋਇਆ ਅਤੇ ਇਹਨਾਂ ਪਰਿਵਾਰ ਦਾ ਜੀਵਨ ਬਸਰ ਕਰਨਾ ਕਾਫੀ ਔਖਾ ਹੈਗਾ। ਤਾਂ ਇਹਨਾਂ ਨੂੰ ਦੇਖ ਕੇ ਉਸ ਪਰਿਵਾਰ ਦੇ ਇੱਕ ਜੀਅ ਨੂੰ ਜਿਹੜੀ ਨੌਕਰੀ ਦਿੱਤੀ ਜਾਂਦੀ ਸੀ। ਇਹਦੇ ਵਿੱਚ ਕੌਣ ਕਵਰ ਹੁੰਦਾ ਸੀਗਾ? ਉਹਦੇ ਵਿੱਚ ਆਤਿਸ਼ ਦੇਖਿਆ ਜਾਂਦਾ ਸੀ ਕਿ ਅਗਰ ਆਦਮੀ ਮੈਰਿਡ ਹੈ, ਮਰਨ ਵਾਲਾ, ਤਾਂ ਉਸ ਦੀ ਜਿਹੜੀ ਪਤਨੀ ਅਤੇ ਉਸ ਦੇ ਬੱਚੇ। ਅਗਰ ਮਰਨ ਵਾਲਾ ਜਿਸ ਦੀ ਮੌਤ ਹੋਈ ਹੈ, ਅਗਰ ਉਹ ਅਨਮੈਰਿਡ ਹੈ ਤਾਂ ਉਸ ਦੇ ਅਨਮੈਰਿਡ ਭਰਾ
ਅਨਮੈਰਿਡ ਭੈਣ ਨੂੰ ਇਹ ਜੌਬ ਦਿੱਤੀ ਜਾਂਦੀ ਸੀ। ਜੀ ਤਾਂ ਹੁਣ ਜਦੋਂ ਆਪਾਂ ਦੇਖਦੇ ਹਾਂ ਇਹ ਦੋਨੇ ਨੌਕਰੀਆਂ ਨੂੰ ਦੇਖਦੇ ਹਾਂ, ਫਸਟ ਆਪਾਂ ਲੈਂਦੇ ਹੈਗੇ ਆ ਕਿ ਇਕਨੋਮਿਕ ਕੰਡੀਸ਼ਨ, ਜੀ ਕਿ ਦੇਖੀ ਜਾਵੇ ਕਿ ਇਕਨੋਮਿਕ ਕੰਡੀਸ਼ਨ ਫੁੱਲਫਿਲ ਕਰਦੇ ਉਹ ਰੂਲਸ ਜਿਹੜੇ ਬਣਾਏ ਹੋਏ ਨੇ, ਨਿਰਧਾਰਿਤ ਕੀਤੇ ਹੋਏ ਨੇ। ਤਾਂ ਆਪਾਂ ਜੰਗ ਸਿੰਘ ਬਾਜਵਾ ਦੀ ਜਿਹੜੀ ਇਕਨੋਮਿਕ ਕੰਡੀਸ਼ਨ ਦੇਖਣੀ ਹੋਵੇ ਤਾਂ ਉਹਨਾਂ ਕੋਲ 33 ਕਰੋੜ ਤੋਂ ਉੱਪਰ ਦੀ ਜਿਹੜੀ ਚੱਲ ਪ੍ਰਾਪਰਟੀ ਹੈ। ਉਹਨਾਂ ਨੇ ਜਿਹੜਾ ਆਪਣਾ ਹਲਫੀਆ ਬਿਆਨ ਦਾਇਰ ਕੀਤਾ ਇਲੈਕਸ਼ਨ ਵੇਲੇ, ਉਹਦੇ ਵਿੱਚ ਸਪਸ਼ਟ ਰੱਖਿਆ ਹੋਇਆ ਉਹਨਾਂ ਕੋਲੇ ਲੈਂਡ ਕਰੂਜ਼ਰ ਗੱਡੀ ਵੀ ਹੈ, BMW ਵੀ ਹੈ। ਸਾਨੂੰ ਕਿਸੇ ਗੱਲ ਤੇ ਕੋਈ ਇਤਰਾਜ਼ ਨਹੀਂ, ਪਰ ਉਹਨਾਂ ਦਾ ਜੀਵਨ ਪੱਧਰ ਇਸ ਕਿਸਮ ਦਾ ਹੈਗਾ। ਉਹਨਾਂ ਦਾ ਜਿਹੜਾ ਲੜਕਾ ਭਰਤੀ ਕੀਤਾ ਗਿਆ ਉਸਦਾ ਬਾਪ MLA ਹੈ ਸੈਕੰਡ ਟਾਈਮ, ਔਰ ਉਸਦਾ ਜਿਹੜਾ ਤਾਇਆ ਹੈਗਾ ਉਹ MP ਹੈਗਾ ਪ੍ਰਤਾਪ ਸਿੰਘ ਬਾਜਵਾ ਹੋਰੀ। ਤਾਂ ਸਾਨੂੰ ਜਿਵੇਂ ਰਾਕੇਸ਼ ਪਾਂਡੇ ਜੀ ਹੈਗੇ ਨੇ, ਉਹਨਾਂ ਨੂੰ ਦੇਖੀਏ ਤਾਂ ਉਹਨਾਂ ਨੂੰ ਉਹ 5ਵੀਂ ਵਾਰ ਜਿਹੜੇ MLA ਬਣੇ ਹੈਗੇ ਨੇ। ਅਗਰ ਉਹ ਅੱਜ ਸੇਵਾ ਮੁਕਤ ਵੀ ਹੋ ਜਾਣਗੇ, ਜੋ MLA ਨਹੀਂ ਵੀ ਰਹਿਣਗੇ, XMLA ਬਣ ਜਾਣਗੇ, ਤਾਂ ਉਹਨਾਂ ਨੂੰ 5 ਵਾਰ MLA ਹੋਣ ਦੀ ਪੈਨਸ਼ਨ ਮਿਲੇਗੀ, ਤਕਰੀਬਨ ਪੌਣੇ 3 ਲੱਖ ਰੁਪਇਆ। ਤੇ ਉਹਨਾਂ ਕੋਲੇ ਵੀ ਕਰੋੜਾਂ ਰੁਪਏ ਦੀ ਸੰਪਤੀ ਹੈ, ਤੇ 4 ਤਾਂ ਕੱਲੀਆਂ ਗੱਡੀਆਂ ਹੀ ਨਹੀਂ ਉਹਨਾਂ ਕੋਲ, ਜਿਹੜੀ ਹੋਰ ਸੰਪਤੀ ਹੈ ਉਹ ਵੱਖਰੀ ਹੈ। ਇਹ ਉਹਨਾਂ ਨੇ ਖੁਦ ਦੱਸਿਆ ਹੋਇਆ ਹੈਗਾ। ਤਾਂ ਇਹਦਾ ਮਤਲਬ ਹੈ ਕਿ ਇਹ ਇਸ ਐਂਗਲ ਤੋਂ ਦੇਖੀਏ ਤਾਂ ਉਹਦੇ ਵਿੱਚ ਫਿੱਟ ਨਹੀਂ ਬੈਠਦੇ ਪਾਲਿਸੀ ਦੇ ਵਿੱਚ। ਦੂਸਰਾ ਹੈਗਾ ਕਿ ਇੱਕ ਤੈਅ ਕੀਤਾ ਗਿਆ ਕਿ ਜਿਹੜੀ ਜੌਬ ਦਿੱਤੀ ਜਾਣੀ ਹੈ ਉਹ C ਜਾਂ D ਗਰੁੱਪ ਦੀ ਦਿੱਤੀ ਜਾਣੀ ਹੈਗੀ ਹੈ। ਜਿਸ ਟਾਈਮ ਇਹ ਸਿਫਾਰਿਸ਼ ਕਰ ਰਿਹਾ ਸੀ ਹੋਮ ਡਿਪਾਰਟਮੈਂਟ, ਉਹਨਾਂ ਨੇ ਵੀ ਸਾਫ਼ ਲਿਖਿਆ ਸੀਗਾ ਇਹ ਗੱਲ ਕਿ C ਜਾਂ D ਦੇ ਵਿੱਚੋਂ ਦਿੱਤੀ ਜਾ ਸਕਦੀ ਹੈ। ਦੇਖੋ, ਚਾਹੇ ਕੋਈ IAS ਦੀ ਫੌਤ ਹੁੰਦਾ ਹੈ, ਚਾਹੇ ਕੋਈ ਸੇਵਾਦਾਰ ਹੁੰਦਾ, ਜਿਹੜੇ ਰੂਲ ਹੈ ਉਹ ਸੇਮ ਹੈ ਕਿ ਉਹਨਾਂ ਨੂੰ ਜਿਹੜੀ ਨੌਕਰੀ ਮਿਲਣੀ ਹੈ ਉਹ ਪਟਵਾਰੀ ਜਾਂ ਕਲਰਕ ਤੋਂ ਉੱਪਰ ਨਹੀਂ ਮਿਲਣੀ। ਪਰ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਕੀ ਹੋਇਆ ਕਿ ਉਹ ਨਾ C 'ਚ ਫਾਲ ਕਰਦੇ ਨਾ D 'ਚ ਫਾਲ ਕਰਦੇ ਹੈ। ਦੋਨੋਂ, ਇੱਕ ਨੂੰ ਨਾਇਬ ਤਹਿਸੀਲਦਾਰ ਲਾਇਆ ਗਿਆ, ਇੱਕ ਨੂੰ ਪੁਲਿਸ ਇੰਸਪੈਕਟਰ ਲਗਾਇਆ ਗਿਆ, ਤਾਂ ਉਸ ਦਾਇਰੇ ਦੇ ਵਿੱਚ ਵੀ ਨਹੀਂ ਆਉਂਦੇ। ਇਸ ਤਰ੍ਹਾਂ ਹੀ ਉਸ ਤੋਂ ਅੱਗੇ ਜਾ ਕੇ ਦੇਖੀਏ ਤਾਂ ਆਪਾਂ ਟਾਈਮ ਫਰੇਮ ਦੀ ਗੱਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਸੀ ਕਿ ਜਿਸ ਟਾਈਮ ਬੰਦੇ ਦੀ ਮੌਤ ਹੁੰਦੀ ਹੈ, ਕਿਉਂਕਿ ਲੋੜ ਤਾਂ ਉਸ ਟਾਈਮ ਹੈ ਨਾ ਉਹਨਾਂ ਨੂੰ। ਹੁਣ ਇਹ 87 ਦੇ ਕੇਸ ਆ, ਦੋਨੇ ਕੇਸ ਤਕਰੀਬਨ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ 87 ਦੇ ਵਿੱਚ ਦੋਨਾਂ ਦੇ ਜਿਹੜੇ ਦਾਦਾ ਮਾਰੇ ਗਏ ਸੀਗੇ, ਤਾਂ ਉਸ ਟਾਈਮ ਉਹਨਾਂ ਨੂੰ ਲੋੜ ਸੀ, ਉਦੋਂ ਦੇਖਣਾ ਬਣਦਾ ਸੀ। ਅੱਜ ਅਸੀਂ 33-34 ਸਾਲਾਂ ਬਾਅਦ ਉਹਨਾਂ ਦਾ ਦੇਖ ਰਹੇ ਹਾਂ, ਉਹਨਾਂ ਦੀ ਆਰਥਿਕ ਕੰਡੀਸ਼ਨ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਬਸਰ ਕਰ ਰਹੇ, ਕਿਉਂਕਿ ਹੁਣ ਤਾਂ ਹਾਲਾਤ ਹੀ ਚੇਂਜ ਹੋ ਗਏ ਨੇ। ਤਾਂ ਇਹ ਪੈਰਾਮੀਟਰ 'ਤੇ ਵੀ ਜਿਹੜੇ ਉਹ ਹੈ ਖਰੇ ਨਹੀਂ ਉਤਰਦੇ। ਇਸ ਕਿਸਮ ਦੀਆਂ ਕੁਛ ਲੀਗਲ ਹੈਗੀਆਂ ਸੀਗੇ ਜਿਨ੍ਹਾਂ 'ਤੇ ਜੇ ਤੁਸੀਂ ਉਸ 'ਤੇ ਪੂਰੇ ਉਤਰਦੇ ਹੋ ਤਾਂ ਹੀ ਤੁਹਾਨੂੰ ਜਿਹੜੀ ਜੌਬ ਹੈ ਉਹ ਦਿੱਤੀ ਜਾ ਸਕਦੀ ਸੀ। ਫਿਰ ਇੱਕ ਹੋਰ ਗੱਲ ਇਹਦੇ ਵਿੱਚ ਸਾਫ਼ ਹੈ ਕਿ ਡਿਪੈਂਡੈਂਟ ਨੂੰ ਜੌਬ ਦਿੱਤੀ ਜਾਣੀ ਹੈ। ਡਿਪੈਂਡੈਂਟ ਹੁੰਦਾ ਜਿਹੜਾ ਨੇੜਲਾ ਉਹਦਾ ਭੈਣ ਭਰਾ ਜੇ ਅਨਮੈਰਿਡ ਹੈ, ਜਾਂ ਉਹਦਾ ਮੁੰਡਾ ਹੈਗਾ, ਲੜਕਾ ਹੈ, ਪਤਨੀ ਹੈ, ਜਿਹੜਾ ਡਿਪੈਂਡ ਕਰਦਾ ਸੀ ਉਸ ਟਾਈਮ। ਹੋ ਸਕਦਾ ਇਹਨਾਂ ਦੋਨਾਂ ਬੱਚਿਆਂ ਦੀ ਉਸ ਟਾਈਮ ਜਨਮ ਹੀ ਨਾ ਹੋਇਆ ਹੋਵੇ ਜਿਸ ਟਾਈਮ ਦੀ ਇਹ ਇਨਸੀਡੈਂਟ ਵਾਪਰੀ ਹੈ। ਤਾਂ ਪਾਲਿਸੀ ਦੇ ਵਿੱਚ ਜਿਹੜੇ ਪੁੱਤਾਂ ਜਾਂ ਧੀਆਂ ਨੂੰ ਭੈਣ ਜਾਂ ਭਰਾਵਾਂ ਦੀ ਤਾਂ ਪ੍ਰੋਵੀਜ਼ਨ ਹੈਗੀ ਹੈ, ਪਰ ਪੁੱਤ ਪੋਤਿਆਂ ਦੀ ਕਿਤੇ ਪ੍ਰੋਵੀਜ਼ਨ ਨਹੀਂ। ਮਤਲਬ ਪੋਤਿਆਂ ਦੀ ਪ੍ਰੋਵੀਜ਼ਨ ਕਿਤੇ ਪਾਲਿਸੀ ਦੇ ਵਿੱਚ ਨਹੀਂ ਹੈਗੀ ਹੈ। ਜਿਵੇਂ ਫਰੀਡਮ ਫਾਈਟਰ ਦੇ ਵਾਲੇ ਕੇਸਾਂ 'ਚ ਅਸੀਂ ਦੇਖਦੇ ਹੈਗੇ ਹਾਂ, ਉਹਦੇ ਵਿੱਚ ਤਾਂ ਫਿਰ ਵੀ ਚਲੋ ਰਿਜ਼ਰਵੇਸ਼ਨ ਦਿੱਤੀ ਜਾਂਦੀ ਫਿਰ ਉਹਨਾਂ ਦੇ ਪੋਤਿਆਂ ਨੂੰ, ਪਰ ਇਹਦੇ ਵਿੱਚ ਜਿਹੜੇ ਪੋਤਿਆਂ ਜਾਂ ਪੋਤੀਆਂ ਦੀ ਪ੍ਰੋਵੀਜ਼ਨ ਨਹੀਂ। ਇਸੇ ਕਰਕੇ ਇੱਕ ਖਾਸ ਦਾਇਰੇ ਵਿੱਚ ਐਗਜ਼ੈਂਪਸ਼ਨਾਂ ਦੇ ਕੇ ਕੈਬਨਿਟ ਨੇ ਇਹਨਾਂ ਨੂੰ ਦੋਵਾਂ ਜੀਆਂ ਨੂੰ ਜਿਹੜੀ ਨੌਕਰੀ ਦਿੱਤੀ ਹੈ, ਦੋਵੇਂ ਪਰਿਵਾਰਾਂ ਨੂੰ। ਚਰਨਜੀਤ ਜੀ, ਇਹ ਤਾਂ ਸੀ ਭਰਤੀ ਦੇ ਕਾਨੂੰਨੀ ਪਹਿਲੂ। ਜੇਕਰ ਅਸੀਂ ਗੱਲ ਕਰੀਏ ਕਿ ਦੂਜੇ ਪਾਸੇ ਇਖਲਾਕੀ ਪਹਿਲੂ ਦੀ ਗੱਲ ਕਰੀਏ, ਤੁਸੀਂ ਇਖਲਾਕੀ ਪੱਖ ਤੋਂ ਇਸ ਭਰਤੀ ਨੂੰ ਕਿਵੇਂ ਦੇਖਦੇ? ਦੇਖੋ, ਇੰਡੀਅਨ ਪੋਲੀਟੀਕਲ ਸਿਸਟਮ ਦੇ ਵਿੱਚ ਅਗਰ ਆਤਿਸ਼ ਇਖਲਾਕ ਜਿੰਦਾ ਹੁੰਦਾ ਤਾਂ ਇਹਨਾਂ ਦੋਨਾਂ ਲੜਕਿਆਂ ਨੂੰ ਕਦੇ ਵੀ ਇਹ ਨੌਕਰੀਆਂ ਨਹੀਂ ਮਿਲਣੀਆਂ ਸਨ। ਬਲਕਿ ਖੁਦ MLA ਨੇ ਇਹ ਗੱਲ ਨਹੀਂ ਚਾਹੁੰਦੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਮੋਰੈਲਿਟੀ ਦੇ ਅਗੇਂਸਟ ਹੈ, ਡੈਮੋਕ੍ਰੈਟਿਕ ਵੈਲਿਊਜ਼ ਦੇ ਅਗੇਂਸਟ ਜਾਂਦੀ ਹੈ ਗੱਲ, ਕਿਉਂਕਿ ਅਸੀਂ ਕਿਸੇ ਦਾ ਹੱਕ ਮਾਰ ਰਹੇ ਹਾਂ। ਜਿਹੜੀਆਂ ਜੌਬ ਕਿਸੇ ਕਮਜ਼ੋਰ ਨੂੰ, ਲੋੜਵੰਦ ਨੂੰ ਦਿੱਤੀ ਜਾਣੀ ਹੈ, ਜਿਹੜਾ ਡਿਜ਼ਰਵ ਕਰਦਾ ਹੈ, ਉਹ ਜੌਬ ਅਸੀਂ ਖੋਹ ਕੇ ਕਿਸੇ ਦੂਸਰੇ ਪਰਸਨ ਨੂੰ ਦੇ ਰਹੇ ਹਾਂ ਕਿ ਆਲਰੇਡੀ ਜਿਹੜੇ ਕਰੋੜਪਤੀ ਨੇ, ਜਿਨ੍ਹਾਂ ਦਾ ਸਰਦੇ ਪੁੱਜਦੇ ਪਰਿਵਾਰਾਂ ਦੇ ਵਿੱਚੋਂ ਆ ਰਹੇ ਨੇ। ਤਾਂ ਇਹ ਇਖਲਾਕੀ ਤੌਰ 'ਤੇ ਤਾਂ ਆਪਾਂ ਦੇਖੀਏ ਫਿੱਟ ਹੀ ਨਹੀਂ ਬੈਠਦੇ। ਵੈਸੇ ਤਾਂ ਸਾਡੇ ਇੰਡੀਅਨ ਪੋਲੀਟਿਕਸ ਦੇ ਵਿੱਚ, ਚਾਹੇ ਸਟੇਟਾਂ ਦੀ ਪੋਲੀਟਿਕਸ ਹੋ ਗਈ, ਹੁਣ ਸਾਡੇ ਕੋਲ ਰੋਲ ਮਾਡਲ ਤਾਂ ਰਹੇ ਨਹੀਂ। ਹੁਣ ਉਹ ਜ਼ਮਾਨਾ ਤਾਂ ਗਿਆ ਕਿ ਜਦੋਂ ਸਿਆਸਤ ਦੇ ਵਿੱਚ ਲੋਕ ਇੱਕ ਸੇਵਾ ਦੇ ਭਾਵ ਨਾਲ ਆਉਂਦੇ ਸੀਗੇ, ਉਹਨਾਂ ਦੀ ਇੱਕ ਤਿਆਗ ਦਾ ਭਾਵ ਹੁੰਦਾ ਸੀਗਾ। ਪਰ ਹੁਣ ਤਾਂ ਜਿਹੜੀ ਸਿਆਸਤ ਹੈ ਉਹ ਇੱਕ ਵਪਾਰ ਬਣ ਗਈ ਹੈਗੀ ਹੈ। ਲੋਕ ਇਹਦੇ ਵਿੱਚ ਇਨਵੈਸਟ ਕਰਦੇ ਨੇ, ਫਿਰ ਉਹ 'ਚੋਂ ਪ੍ਰੋਫਿਟ ਲੈਂਦੇ ਨੇ। ਅਤੇ ਜਦੋਂ ਇਸ ਕਿਸਮ ਦਾ ਨਜ਼ਰੀਆ ਹੋਏਗਾ ਤਾਂ ਫਿਰ ਇੱਕ ਇਖਲਾਕ ਕਿੱਥੇ ਬਚਦਾ ਹੈਗਾ। ਤੁਹਾਡੇ ਚੇਤੇ ਹੋਏਗਾ ਕਿ ਸਾਡੇ ਕੋਲ ਹੁਣ ਇਸ ਤਰ੍ਹਾਂ ਦੀਆਂ ਐਗਜ਼ਾਮਪਲਾਂ ਹੀ ਨਹੀਂ। ਲਾਲ ਬਹਾਦਰ ਸ਼ਾਸਤਰੀ ਦੀ ਅਕਸਰ ਲੋਕ ਗੱਲ ਕਰਦੇ ਨੇ ਕਿ ਜਦੋਂ ਰੇਲਵੇ ਮਿਨਿਸਟਰ ਸੀ, ਹਾਦਸਾ ਹੋਇਆ ਤਾਂ ਉਹਨਾਂ ਨੇ ਆਪਣੇ ਆਪ ਰਿਜ਼ਾਈਨ ਕਰ ਦਿੱਤਾ ਸੀ ਮੋਰਲ ਗਰਾਊਂਡ ਦੇ ਉੱਪਰ। ਹਾਲਾਂਕਿ ਉਹਨਾਂ ਦਾ ਕੋਈ ਪਰਸਨਲ ਫਾਲਟ ਤਾਂ ਨਹੀਂ, ਪਰ ਉਹਨੇ ਜ਼ਿੰਮੇਵਾਰੀ ਲਈ। ਫਿਰ ਜਦੋਂ ਉਹ ਪ੍ਰਧਾਨ ਮੰਤਰੀ ਬਣੇ, ਜਿਸ ਦਿਨ ਆਤਿਸ਼ ਉਹਨਾਂ ਦੀ ਡੈਥ ਹੁੰਦੀ ਹੈ, ਉਸ ਟਾਈਮ ਉਹਨਾਂ ਦੇ ਸਿਰ ਕਰਜ਼ਾ ਸੀਗਾ।
ਤਾਂ ਅਗਲੀ ਸਰਕਾਰ ਨੇ ਉਹਨਾਂ ਨੂੰ, ਇਹਨਾਂ ਦੀ ਵਾਈਫ ਨੂੰ ਆਫਰ ਕੀਤਾ ਕਿ ਅਸੀਂ ਤੁਹਾਡਾ ਕਰਜ਼ਾ ਉਤਾਰ ਦਿੰਦੇ ਹਾਂ, ਕਰਜ਼ਾ ਨੂੰ ਮਾਫ ਕਰ ਦਿੰਦੇ ਹਾਂ, ਜਾਂ ਤੁਹਾਨੂੰ ਹੈਲਪ ਦੇ ਦਿੰਦੇ ਹਾਂ ਫਾਈਨੈਂਸ਼ੀਅਲ। ਉਸਨੇ ਨਾ ਕਰ ਦਿੱਤੀ। ਲਾਲ ਬਹਾਦਰ ਸ਼ਾਸਤਰੀ ਜਿਹੜੀ ਵਾਈਫ ਹੈ ਪੂਰੇ 4 ਸਾਲ ਬੈਂਕਾਂ ਦੀਆਂ ਕਿਸ਼ਤਾਂ ਉਤਾਰਦੀ ਰਹੀ। ਜੀ ਬਿਲਕੁਲ। ਇਸ ਕਿਸਮ ਦੇ ਸਾਡੇ ਨੇਤਾ ਸੀ। ਫਿਰ ਆਪਾਂ ਗੱਲ ਕਰੀਏ ਤ੍ਰਿਪੁਰਾ ਦੀ ਮਾਨਕ ਸਰਕਾਰ ਦੀ, ਬਹੁਤ ਗੱਲ ਕੀਤੀ ਜਾਂਦੀ ਹੈ, ਜਿਹੜੇ ਉੱਥੋਂ ਦੇ ਚੀਫ ਮਿਨਿਸਟਰ ਰਹਿ ਚੁੱਕੇ ਨੇ। ਜੀ 25 ਸਾਲ ਉਹ ਆਦਮੀ ਚੀਫ ਮਿਨਿਸਟਰ ਉਸਨੇ ਡਿਊਟੀ ਪਰਫਾਰਮ ਕੀਤੀ। ਉਹ ਸਿਰਫ 5000 ਰੁਪਏ ਆਪਣੇ ਕੋਲ ਮਹੀਨੇ ਦੇ ਵਿੱਚ ਤਨਖਾਹ ਦੇ ਵਿੱਚੋਂ ਰੱਖਦੇ ਸੀ, ਬਾਕੀ ਸਾਰੇ ਪਾਰਟੀ ਨੂੰ ਦੇ ਦਿੰਦੇ ਸੀਗੇ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੁਰਾਣੇ ਆਗੂ ਦੇਖਦੇ ਆ, ਮਾਸਟਰ ਤਾਰਾ ਸਿੰਘ ਜਿਹਨੂੰ ਪੰਥ ਰਤਨ ਕਿਹਾ ਜਾਂਦਾ ਸੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਨੇ, ਤੇ ਉਹ ਦਫ਼ਤਰ ਆਪਣੇ ਸਾਈਕਲ ਤੇ ਆਉਂਦੇ ਹੁੰਦੇ ਸੀਗੇ। ਤੇ ਉਹਨਾਂ ਬਾਰੇ ਇੱਕ ਕਿੱਸਾ ਬੜਾ ਮਸ਼ਹੂਰ ਸੀ ਕਿ ਉਹਨਾਂ ਨੇ ਆਪਣੇ ਕੁੜਤੇ ਦੇ ਜਿਹੜੀਆਂ 2 ਜੇਬਾਂ ਸੀਗੀਆਂ, ਕਹਿੰਦੇ ਨੇ ਕਿ ਇੱਕ ਵਾਰੀ ਉਹਨਾਂ ਦੀ ਲੜਕੀ ਨੇ ਕਿਹਾ ਕਿ ਪੈਸਿਆਂ ਦੀ ਮੰਗ ਕੀਤੀ, ਤਾਂ ਉਹਨੇ ਆਪਣੇ ਖੱਬੇ ਜਿਹੜੇ ਜੀਬੇ ਦੇ ਖੀਸੇ ਦੇ ਵਿੱਚ ਹੱਥ ਮਾਰਿਆ ਤੇ ਉਹ ਖਾਲੀ ਨਿਕਲਿਆ। ਥੋੜੀ ਦੇਰ ਬਾਅਦ ਇੱਕ ਪਾਰਟੀ ਦਾ ਵਰਕਰ ਆਇਆ ਤੇ ਉਹਨੇ ਕਿਹਾ ਕਿ ਮੈਨੂੰ ਆਪਣੇ ਘਰੇਲੂ ਹਾਲਾਤ ਦੱਸੇ ਤੇ ਪੈਸਿਆਂ ਦੀ ਮਦਦ ਮੰਗੀ ਬਤੌਰ ਪ੍ਰਧਾਨ। ਤਾਂ ਪ੍ਰਧਾਨ ਜੀ ਨੇ ਆਪਣੀ ਜੇਬ ਦੇ ਜਿਹੜੇ ਸੱਜੇ ਹਿੱਸੇ 'ਚ ਹੱਥ ਪਾਇਆ ਤੇ ਉਹਨੂੰ 500 ਦਾ ਜਿਹੜੇ 500 ਰੁਪਇਆ ਦੇ ਦਿੱਤਾ। ਤਾਂ ਉਹਨਾਂ ਦੀ ਬੇਟੀ ਬੜੀ ਹੈਰਾਨ ਹੋਈ ਮਾਸਟਰ ਜੀ ਦੀ। ਉਹ ਕਹਿੰਦੀ ਪਾਪਾ ਇਹ ਕੀ? ਉਹ ਕਹਿੰਦੀ ਬੇਟਾ ਵੀ ਇਹ ਜਿਹੜੀ ਮੇਰੀ ਜੇਬ ਹੈ ਸੱਜੀ ਕੁੜਤੇ ਦੀ, ਇਹ ਪੰਥ ਦੀ ਅਮਾਨਤ ਹੈ, ਇਹਨੂੰ ਅਸੀਂ ਪਰਿਵਾਰ ਲਈ ਨਹੀਂ ਵਰਤ ਸਕਦੇ। ਇਸ ਕਿਸਮ ਦੇ ਨੇਤਾ ਸੀਗੇ। ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਦੇ ਸਿਆਸੀ ਗੁਰੂ ਕਹਿੰਦੇ ਰਹੇ ਨੇ ਆਪਣੇ ਗਿਆਨੀ ਕਰਤਾਰ ਸਿੰਘ ਹੋਰਾਂ ਨੂੰ। ਉਹਨਾਂ ਨੇ ਜੌਂਗਾ ਰੱਖਿਆ ਹੋਇਆ ਸੀ। ਦੱਸਦੇ ਨੇ ਕਿ ਇੱਕ ਵਾਰੀ 5-6 ਜਿਹੜੇ ਆਗੂ ਸੀਨੀਅਰ ਆਗੂ ਸੀਗੇ ਉਹ ਜੌਂਗੇ 'ਤੇ ਬਹਿ ਕੇ ਆ ਰਹੇ ਸੀਗੇ ਤੇ ਰਸਤੇ 'ਚੋਂ ਤੇਲ ਖਤਮ ਹੋ ਗਿਆ ਤੇ ਬਾਅਦ 'ਚ ਉਹਨਾਂ ਨੇ ਕਿਹਾ ਕਿ ਕੱਢੋ ਪੈਸੇ ਸਾਰੇ ਜਾਣੇ, ਤੇ 6 ਲੀਡਰਾਂ ਦੀ ਜੇਬ 'ਚੋਂ 12 ਰੁਪਏ ਨਿਕਲੇ ਸੀਗੇ। ਗਿਆਨੀ ਕਰਤਾਰ ਸਿੰਘ ਦੀ ਜਿਸ ਟਾਈਮ ਮੌਤ ਹੋਈ ਸੀ ਉਹਦਾ ਜਿਹੜਾ ਬੈਂਕ ਬੈਲੈਂਸ ਹੈ 0 ਸੀਗਾ। ਸਾਡੇ ਕੋਲੇ ਇਸ ਕਿਸਮ ਦੇ ਨੇਤਾ ਰਹੇ ਨੇ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰਨੀ ਹੋਵੇ ਇਹਨਾਂ ਦੀ ਤੁਹਾਡੇ ਕਾਂਗਰਸ ਦੇ ਵਿੱਚੋਂ ਦੇਖਣਾ ਹੋਵੇ ਤਾਂ ਇੱਕ ਹੇਮਰਾਜ ਮਿੱਤਲ ਦਾ ਨਾਮ ਸੁਣਿਆ ਹੋਵੇਗਾ ਤੁਸੀਂ। ਗਿਆਨੀ ਜੈਲ ਸਿੰਘ ਨਾਲ ਪਰਜਾ ਮੰਡਲ ਦੀ ਲਹਿਰ ਦੇ ਵਿੱਚ ਰਹੇ ਨੇ। ਜਦੋਂ ਗਿਆਨੀ ਜੈਲ ਸਿੰਘ ਦੀ ਚੀਫ ਮਿਨਿਸਟਰ ਬਣੇ ਤਾਂ ਉਹਨਾਂ ਨੇ ਉਹਨਾਂ ਨੂੰ ਲਾਇਆ SS ਬੋਰਡ ਦਾ ਚੇਅਰਮੈਨ। ਉਹ ਸਾਈਕਲ ਤੇ ਆਪਣੇ ਦਫ਼ਤਰ ਜਾਂਦੇ ਸੀ। ਹਜ਼ਾਰਾਂ ਮੁੰਡੇ ਹੇਮਰਾਜ ਮਿੱਤਲ ਨੇ ਭਰਤੀ ਕੀਤੇ, ਪਰ ਉਹ ਕੋਈ ਵੀ ਆਪਣੇ ਰਿਸ਼ਤੇਦਾਰ ਨੂੰ ਕੋਈ ਨੌਕਰੀ ਨਹੀਂ ਦਿੱਤੀ। 95 ਸਾਲ ਦਾ ਹੋ ਕੇ ਹੁਣ ਪਿੱਛੇ ਜੇ ਉਹਨਾਂ ਦੀ ਡੈਥ ਹੋਈ ਹੈ, ਸਾਰੀ ਉਮਰ ਉਸ ਆਦਮੀ ਨੇ ਚੇਅਰਮੈਨ ਛੱਡਣ ਤੋਂ ਬਾਅਦ ਆਟਾ ਚੱਕੀ ਲਾ ਕੇ ਕੱਢ ਦਿੱਤੀ। ਇਸ ਕਿਸਮ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਾਂ ਹੁੰਦੀਆਂ ਸੀ। ਕੁੰਦਨ ਸਿੰਘ ਪਤੰਗ ਹੁੰਦੇ ਸੀਗੇ, ਬਰਨਾਲਾ ਸਾਈਡ ਤੋਂ ਭਦੌੜ ਤੋਂ ਚੋਣ ਲੜਦੇ ਹੁੰਦੇ ਸੀਗੇ। 6 ਵਾਰੀ MLA ਰਹੇ ਉਹ। 6 ਵਾਰੀ MLA ਰਹਿਣ ਦੇ ਬਾਵਜੂਦ ਜਦੋਂ ਇੱਕ ਵਾਰੀ ਉਹਨਾਂ ਨੂੰ ਲక్ష్మణ ਸਿੰਘ ਗਿੱਲ ਨੇ ਲਾਲਚ ਵੀ ਦਿੱਤਾ ਕਿ ਤੁਹਾਡੇ ਮੁੰਡੇ ਨੂੰ ਵਿਦੇਸ਼ ਭੇਜ ਦਿੰਦੇ ਆ ਜਾਂ ਵਜ਼ੀਰੀ ਦਾ ਲਾਲਚ ਦਿੱਤਾ, ਤਾਂ ਉਹ ਠੁਕਰਾ ਦਿੱਤਾ। ਉਦੋਂ ਬਾਅਦ ਕਰਜ਼ਾ ਉਹਨਾਂ ਦੇ, ਹੁਣ ਜਦੋਂ ਡੈਥ ਹੋਈ ਕਰਜ਼ਾ ਉਹਦੇ ਮੁੰਡਿਆਂ ਨੇ ਲਾਇਆ। ਸਾਡੇ ਹਰਦਿੱਤ ਪੂਲੀ ਹੁੰਦੇ ਸੀ, ਬੜੇ ਸਾਦੇ ਆਦਮੀ ਸੀ, ਤੇ ਉਹ ਜਦੋਂ ਆਪ ਖੁਦ MLA ਸੀ, ਉਹਨਾਂ ਦਾ ਲੜਕਾ ਸੀਰੀ ਰਲਦਾ ਰਿਹਾ। ਬਾਅਦ 'ਚ ਉਹਨਾਂ ਦਾ ਪੋਤਾ ਵਿਚਾਰਾ ਰਿਕਸ਼ਾ ਚਲਾਉਣਾ ਪੈਂਦਾ ਸੀਗਾ। ਤੇਜਾ ਸਿੰਘ ਦਰਦੀ ਹੋਇਆ। ਸਾਡੇ ਕੋਲੇ ਅਤਿਸ਼ ਕਿੰਨੀਆਂ ਐਗਜ਼ਾਮਪਲਾਂ ਨੇ ਪੁਰਾਣੀਆਂ। ਹੁਣ ਸਾਨੂੰ ਕਿਸੇ ਨੂੰ ਵੀ ਤੁਸੀਂ ਕਹਿ ਦਿਓ ਕਿ ਸਹੁੰ ਖਾਨ ਨੂੰ ਕੋਈ ਇਹੋ ਜਿਹਾ ਨੇਤਾ ਸਾਨੂੰ ਲੱਭ ਜੇ, ਸਾਡਾ ਕੋਈ MP, ਕੋਈ MLA, ਕੋਈ ਟਾਵਾਂ ਹੋਏਗਾ। ਫਰਕ ਥੋੜ੍ਹਾ ਬਹੁਤਾ 19-21 ਦਾ ਜ਼ਰੂਰ ਹੋ ਸਕਦਾ ਹੈਗਾ, ਮਾਰਜਨ ਹੋ ਸਕਦਾ ਹੈ, ਪਰ ਕੋਈ ਇਹੋ ਜਿਹਾ ਨੇਤਾ ਸਾਨੂੰ ਇਖਲਾਕ ਵਾਲਾ ਲੱਭਦਾ ਨਹੀਂ। ਜਦੋਂ ਇਸ ਕਿਸਮ ਦਾ ਪੋਲੀਟੀਕਲ ਸਿਸਟਮ ਹੋਏਗਾ ਫਿਰ ਕਿੱਥੋਂ ਆਸ ਕਰਾਂਗੇ? ਤਾਂ ਫਿਰ ਇਸ ਤਰ੍ਹਾਂ ਨੌਕਰੀਆਂ ਦੀ ਜਿਹੜੀ ਜਿਵੇਂ ਕਹਿੰਦੇ ਅੰਨਾ ਵੰਡੇ ਸੀਰ ਨਹੀਂ ਮੁੜ ਕਿਹੜਾ ਆਪਣੇ ਨੂੰ ਦੇ। ਚਰਨਜੀਤ, ਜਿਵੇਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਵੀ ਕਿ ਆਪਣਿਆਂ ਨੂੰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਕੋਈ ਪਹਿਲੀ ਸਰਕਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਜਿਹੜੀ ਬੇਅੰਤ ਸਿੰਘ ਸਰਕਾਰ ਨੇ ਇਸ ਤਰ੍ਹਾਂ ਜਿਹੜੀ ਸਿਰਨੀ ਬਹੁਤ ਵੰਡੀ ਹੈ। ਸਾਨੂੰ ਉਸ ਬਾਰੇ ਵੀ ਚਾਨਣਾ ਪਾਓ ਵੀ ਕਿ ਉਹਨਾਂ ਨੇ ਵੀ ਬਹੁਤ ਨੌਕਰੀਆਂ ਇਸ ਤਰ੍ਹਾਂ ਵੰਡੀਆਂ ਨੇ। ਅਤਿਸ਼ੇ ਪਹਿਲਾਂ ਨਹੀਂ ਸੀ ਹੁੰਦਾ ਜੀ। ਇਹ ਅਸਲ 'ਚ ਸ਼ੁਰੂਆਤ ਹੀ ਬੇਅੰਤ ਸਰਕਾਰ ਵੇਲੇ ਹੋਈ ਹੈ। ਜਿਸ ਤਰ੍ਹਾਂ ਹੁਣ ਕੈਪਟਨ ਸਰਕਾਰ ਦੀ ਆਪਾਂ ਕਹਿ ਰਹੇ ਹਾਂ ਕਿ ਉਸੇ ਪਦ ਚਿੰਨ੍ਹਾਂ 'ਤੇ ਚੱਲ ਰਹੀ ਹੈ। ਤਾਂ ਜਦੋਂ ਸਰਕਾਰ ਬਣੀ ਸੀ ਤਾਂ ਮੈਨੂੰ ਲੱਗਦਾ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ 2017 ਦੇ ਵਿੱਚ ਜਿਹੜੀ ਪੰਜਾਬ ਕੈਬਨਿਟ ਨੇ ਪਹਿਲੀ ਨੌਕਰੀ ਦਿੱਤੀ ਸੀ ਉਹ ਸਰਦਾਰ ਬੇਅੰਤ ਸਿੰਘ ਦੇ ਪੋਤਰੇ ਨੂੰ ਦਿੱਤੀ ਸੀ। ਉਹਨਾਂ ਨੂੰ ਵੀ DSP ਲਾਇਆ ਸੀ ਡਾਇਰੈਕਟ। ਮਾਮਲਾ ਬਾਅਦ ਦੇ ਵਿੱਚ ਹਾਈ ਕੋਰਟ ਚਲਾ ਗਿਆ। ਤਾਂ ਜਿੰਨਾ ਟਾਈਮਾਂ ਦੇ ਵਿੱਚ ਬੇਅੰਤ ਸਰਕਾਰ ਸੀ, ਅਸੀਂ ਉਹਨਾਂ ਟਾਈਮਾਂ 'ਚ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀਗੇ, ਤਾਂ ਅਸੀਂ ਅਖਬਾਰਾਂ 'ਚ ਅਕਸਰ ਪੜ੍ਹਦੇ ਸੀਗੇ ਇਸ ਕਿਸਮ ਦੇ ਜਿਹੜੇ ਕਿੱਸੇ। ਤਾਂ ਉਸ ਟਾਈਮ ਬੇਅੰਤ ਸਰਕਾਰ ਨੇ 7-8 ਜਿਹੜੇ ADTO ਭਰਤੀ ਕੀਤੇ ਸੀ ਡਾਇਰੈਕਟ, ਬਿਨਾਂ ਕਿਸੇ ਐਡ ਤੋਂ, ਤੇ ਉਹ ਮਾਮਲਾ ਸਿਰੇ ਨਹੀਂ ਸੀ ਲੱਗਿਆ। ਉਹਦੇ ਵਿੱਚ ਵੀ ਜਿਹੜੇ ਪੁੱਤ ਭਤੀਜੇ ਸੀ ਵਜ਼ੀਰਾਂ ਦੇ, ਕੋਈ MLA ਦੇ, ਕੋਈ ਨੇੜਲਿਆਂ ਦੇ। ਉਸ ਤੋਂ ਬਾਅਦ 1994 ਦੇ ਵਿੱਚ 14-15 ਜਿਹੜੇ BDPO ਹੈ ਉਹ ਡਾਇਰੈਕਟ ਭਰਤੀ ਲਾ ਲਏ ਸੀ। ਉਹਦੇ ਵਿੱਚ 2 ਵਜ਼ੀਰਾਂ ਦੇ ਪੁੱਤ ਵੀ ਸੀਗੇ। ਤਾਂ ਉਹ ਮਾਮਲਾ ਬਾਅਦ 'ਚ ਹਾਈ ਕੋਰਟ ਚਲਾ ਗਿਆ। ਹਾਈ ਕੋਰਟ ਨੇ ਉਹ ਜਿਹੜੀ ਕੁਐਸ਼ ਕਰ ਦਿੱਤੀ ਸੀ। ਤਾਂ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੋਪਰ ਚੈਨਲ ਤੁਸੀਂ PPSC ਰਾਹੀਂ ਪੋਸਟਾਂ ਭਰੋ। ਤਾਂ ਇਸ ਤਰ੍ਹਾਂ ਹੋਰ ਵੀ ਭਰਤੀਆਂ ਬਹੁਤ ਸਾਰੀਆਂ ਹੋਈਆਂ ਸੀ ਜਿਹੜੀਆਂ ਰੱਦ ਹੋਈਆਂ ਸੀ।
ਪਰ ਉਸ ਤੋਂ ਬਾਅਦ ਅਕਾਲੀ ਗੌਰਮੈਂਟ ਆਈ ਤਾਂ ਇਹਨਾਂ ਨੇ ਤਰੀਕਾਕਾਰ ਹੈ ਜਿਹੜਾ ਚੇਂਜ ਕਰ ਲਿਆ ਸੀਗਾ। ਜੀ ਤਾਂ ਇਹਨਾਂ ਨੇ ਆਪਣਾ ਤਰੀਕਾ ਉਹ ਨਹੀਂ ਸੀ ਅਡਾਪਟ ਕੀਤਾ। ਇਹਨਾਂ ਨੇ ਚੋਰ ਦਰਵਾਜ਼ੇ ਰਾਹੀਂ ਕੁਝ ਭਰਤੀਆਂ ਕੀਤੀ ਜਿਹੜੀ ਮੇਰੇ ਨੋਟਸ ਦੇ ਵਿੱਚ ਹੈਗੀਆਂ ਨੇ। ਆ ਸਰਕਾਰ ਜਾਣ ਤੋਂ ਪਹਿਲਾਂ ਇਹਨਾਂ ਨੇ 7-8 ASI ਤੇ ਸਬ ਇੰਸਪੈਕਟਰ ਭਰਤੀ ਕੀਤੇ ਆ ਜਿਨ੍ਹਾਂ ਦੀ ਨਾ ਕੋਈ ਐਡ ਕੀਤੀ ਗਈ ਸੀ। ਬਿਲਕੁਲ ਇਸ ਕਿਸਮ ਦੀ ਚਰਚਾ ਸਾਨੂੰ ਸੁਣਨ ਨੂੰ ਮਿਲਦੀ ਹੈਗੀ ਹੈ। ਤੇ ਦੂਜੀ ਤੋਂ ਇਦਾਂ ਹੋਏਗਾ ਤਾਂ ਜਿਹੜੇ ਵਿਚਾਰੇ ਸੜਕਾਂ ਤੇ ਕੂਕ ਰਹੇ ਨੇ, ਜਿਵੇਂ ਕੱਚਾ ਅਧਿਆਪਕ ਮੋਰਚਾ ਵਾਲੇ ਨੇ ਮੋਹਾਲੀ ਦੇ ਵਿੱਚ ਇਮਾਰਤ ਤੇ ਚੜ੍ਹ ਗਏ ਸੀਗੇ, ਜਾਂ ਉਧਰ ETT ਵਾਲੇ ਤੁਹਾਡੇ ਪਟਿਆਲੇ ਦੇ ਵਿੱਚ ਟਾਵਰ ਤੇ ਚੜ੍ਹੇ ਹੋਏ ਨੇ, ਤਾਂ ਉਹਨਾਂ ਨੂੰ ਇਦਾਂ ਹੀ ਚੜ੍ਹਨਾ ਪਏਗਾ। ਲੋੜ ਤਾਂ ਹੈ ਕਿ ਸਾਨੂੰ ਇਖਲਾਕ ਉੱਚਾ ਕਰਨ ਦੀ ਲੋੜ ਹੈ। ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਉਸ ਲੋਕਾਂ ਨਾਲ ਪ੍ਰੋਮਿਸਸ ਕੀਤੇ ਨੇ ਘਰ ਘਰ ਰੁਜ਼ਗਾਰ ਦੇ, ਸਰਕਾਰ ਤਾਂ ਆਪਣੇ ਕਾਗਜ਼ਾਂ 'ਚ ਕਹਿੰਦੀ ਹੈ ਕਿ ਅਸੀਂ 16-17 ਲੱਖ ਨੌਕਰੀਆਂ ਦੇ ਦਿੱਤੀਆਂ। ਇਹਦਾ ਮਤਲਬ ਕਿ ਪੰਜਾਬ ਦੇ 55 ਲੱਖ ਘਰ ਨੇ ਤਾਂ ਹਰ ਤੀਜੇ ਘਰ ਨੌਕਰੀ ਵੰਡ ਦਿੱਤੀ ਹੈ। ਜੇ ਅਗਰ ਇੰਨੀਆਂ ਨੌਕਰੀਆਂ ਦਿੱਤੀਆਂ ਤਾਂ ਜਿਹੜੇ ਸਾਡੇ ਮੁੰਡੇ ਨੇ ਉਹ ਨਹਿਰਾਂ ਛਾਲਾਂ ਕਿਉਂ ਮਾਰ ਰਹੇ ਨੇ, ਕੁੜੀਆਂ ਨਹਿਰਾਂ ਛਾਲਾਂ ਕਿਉਂ ਮਾਰ ਰਹੀਆਂ ਨੇ, ਕਿਉਂ ਉਹ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਾ ਰਹੇ ਨੇ। ਅਖੀਰ 'ਚ ਆਪਾਂ ਟਾਈਮ ਅੱਜ ਕੁਛ ਜ਼ਿਆਦਾ ਹੋ ਗਿਆ ਲੱਗਦਾ ਮੈਨੂੰ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਨਾਲ ਆਪਣੀ ਗੱਲ ਸਮਾਪਤ ਕਰਾਂਗੇ ਕਿ ਆਤਿਸ਼ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਹਾਥੀ 'ਤੇ ਸਵਾਰ ਹੋ ਕੇ ਕਿਸੇ ਪਿੰਡ ਵਿੱਚ ਦੀ ਲੰਘ ਰਹੇ ਸੀ। ਤਾਂ ਪਿੰਡ ਵਿੱਚ ਦੀ ਲੰਘਦੇ ਉਹਨਾਂ ਨੇ ਕੀ ਦੇਖਿਆ ਕਿ ਇੱਕ ਹੱਟੀ ਦੇਖੀ, ਹੱਟੀ ਦੇ ਵਿੱਚ ਬੈਠਾ ਇੱਕ ਲੜਕਾ ਦੇਖਿਆ। ਤਾਂ ਉਹ ਹਾਥੀ ਤੋਂ ਉਤਰੇ, ਹੱਟੀ ਦੇ ਵਿੱਚ ਚਲੇ ਗਏ। ਤਾਂ ਉਸਨੇ ਨੌਜਵਾਨ ਦੇ ਡੌਲਿਆਂ ਨੂੰ ਹੱਥ ਲਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਜਵਾਨਾ ਤੇਰੇ ਡੌਲੇ ਬਹੁਤ ਮਜ਼ਬੂਤ ਨੇ, ਤੂੰ ਜਰਨੈਲ ਬਣ ਸਕਦਾ ਹੈ। ਤਾਂ ਲੜਕੇ ਨੇ ਹੱਥ ਜੋੜੇ ਕਿ ਹਜ਼ੂਰ ਇਹ ਐਵੇਂ ਹੀ ਕੋਈ ਸਰੀਰ ਦੇ ਵਿੱਚ ਹਵਾ ਭਰ ਗਈ ਹੋਏਗੀ ਜਾਂ ਤੁਹਾਨੂੰ ਭੁਲੇਖਾ ਲੱਗ ਗਿਆ ਹੋਏਗਾ, ਮੈਂ ਇੰਨਾ ਕਿੱਥੇ ਇੰਨਾ ਜੋਗਾ ਹੈਗਾ। ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹੀ ਜਿਹੜਾ ਹੱਟੀ ਵਾਲਾ ਮੁੰਡਾ ਸੀ ਬਾਅਦ ਦੇ ਵਿੱਚ ਜਿਹੜਾ ਜਰਨੈਲ ਮੋਹਕਮ ਚੰਦ ਬਣਿਆ, ਜਿਹਨੇ ਫਲੌਰ ਦੇ ਕਿਲੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਣ ਤੋਂ ਬਾਅਦ 12 ਸਾਲਾਂ ਤਕਰੀਬਨ 10-12 ਸਾਲ ਅੰਗਰੇਜ਼ਾਂ ਨੂੰ ਖੰਘਣ ਨਹੀਂ ਦਿੱਤਾ ਸੀ। ਤਾਂ ਇਸ ਕਿਸਮ ਦੇ ਜੌਹਰੀ ਸੀ ਮਹਾਰਾਜਾ ਰਣਜੀਤ ਸਿੰਘ। ਜਿਹੜੇ ਅੱਜ ਦੇ ਜੌਹਰੀ ਹੈ ਇਹਨਾਂ ਦੇ ਜਿਹੜੀ ਸੜਕਾਂ 'ਤੇ ਕੂਕਣ ਵਾਲੇ ਉਹ ਨਜ਼ਰ ਨਹੀਂ ਪੈਂਦੇ, ਅਤੇ ਜਿਹੜੇ ਆਪਣੇ ਨੇ ਬਾਜਵਿਆਂ ਦੇ ਘਰ ਹੈ, ਪਾਂਡਿਆਂ ਦੇ ਘਰ ਹੈ, ਉਹ ਛੇਤੀ ਨਜ਼ਰ ਚੜ੍ਹ ਜਾਂਦੇ ਨੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਜੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।